ਪਿਆਰੇ ਦਰਸ਼ਕੋ, ਪੰਜਾਬ ਨਾਮ ਸ਼ੋਅ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਤੇ ਪੰਜਾਬ ਦੀ ਸਿਆਸਤ ਕਿੱਧਰ ਨੂੰ, ਤੇ ਅਖੀਰ ਦੇ ਵਿੱਚ ਜਿਹੜਾ ਕੰਗਣਾ ਰਣੌਤ ਨੂੰ ਸਨਮਾਨਿਤ ਕਰਨ ਪਿੱਛੇ ਕੀ ਰਾਜਨੀਤੀ ਹੈ। ਪਹਿਲਾਂ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਦੇ ਹਾਂ ਕਿ ਪੰਜਾਬ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਹੈ। ਸੈਸ਼ਨ ਦੇ ਵਿੱਚ ਜਿਹੜਾ ਪੱਧਰ ਹੈ ਉਹ ਹੋਰ ਨੀਵਾਂ ਹੋਇਆ ਤੇ ਅਲਟੀਮੇਟਲੀ ਇਹ ਸਿਆਸਤ ਕਿੱਧਰ ਨੂੰ ਜਾਊਗੀ। ਜਗਤਾਰ ਜੀ, ਇਹਦੇ ਬਾਰੇ ਚਾਨਣਾ ਪਾਓ ਜੋ। ਮੇਰੇ ਖਿਆਲ ਦੇ ਵਿੱਚ ਜਿਹੜਾ ਤੁਸੀਂ ਸਿਆਸਤ ਦੇ ਪੱਧਰ ਦੀ ਗੱਲ ਕੀਤੀ ਹੈ, ਹਾਂਜੀ ਆਪਾਂ ਪਹਿਲਾਂ ਉਹਦੇ ਬਾਰੇ ਹੀ ਗੱਲ ਕਰਾਂਗੇ। ਹਾਂਜੀ ਨਾਰਮਲੀ ਜਿਹੜਾ ਲੀਡਰ ਆਫ ਦੀ ਹਾਊਸ ਹੁੰਦਾ ਹਾਂਜੀ ਉਹਦੇ ਕਮੈਂਟਸ ਕਦੇ ਐਕਸਪੰਜ ਨਹੀਂ ਹੋਇਆ ਕਰਦੇ। ਹਾਂਜੀ ਤੇ ਮੈਂ ਬੜੇ ਚਿਰਾਂ ਬਾਅਦ ਇਹ ਦੇਖਿਆ ਕਿ ਲੀਡਰ ਆਫ ਦੀ ਹਾਊਸ ਯਾਨੀ ਕਿ ਚੀਫ ਮਿਨਿਸਟਰ, ਹਾਂਜੀ ਉਹਨਾਂ ਦੇ ਕੋਈ ਰਿਮਾਰਕਸ ਐਕਸਪੰਜ ਹੋਏ। ਪਰ ਕੱਲ ਤਾਂ ਕੀਤੇ ਨਹੀਂ। ਹਾਂਜੀ, ਕੱਲ ਤਾਂ ਨਹੀਂ ਕੀਤੇ। ਜੇ ਨਹੀਂ ਕੀਤੇ ਫਿਰ ਮੈਂ ਆਪਣੀ ਗੱਲ ਵਾਪਸ ਲੈ ਲੈਂਦਾ। ਮੈਨੂੰ ਇੰਪ੍ਰੈਸ਼ਨ ਇਹ ਸੀ ਕਿ ਸ਼ਾਇਦ ਨਹੀਂ ਰਿਮਾਰਕਸ ਨਹੀਂ ਕੀਤੇ। ਵਿਧਾਨ ਸਭਾ ਦੀ ਕਾਰਵਾਈ 5 ਵਾਰ ਮੁਲਤਵੀ ਕੀਤੀ, ਅਲਟੀਮੇਟਲੀ ਨੇਮ ਕਰਕੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਬਾਹਰ ਕੱਢਿਆ। ਉਸ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਚੱਲੀ। ਨਹੀਂ, ਮੈਂ ਇਹਦਾ ਸੈਸ਼ਨ ਦੀ ਕਾਰਵਾਈ ਚੱਲਣ ਨਾਲ ਕੋਈ ਤਾਲੁਕ ਨਹੀਂ ਹੁੰਦਾ। ਜਿਹੜੀ ਗੱਲ ਮੈਂ ਕਹਿ ਰਿਹਾ ਉਹ ਸਪਾਈਨ ਤਾਂ ਬਾਅਦ ਵਿੱਚ ਵੀ ਹੋ ਜਾਂਦੇ। ਹਾਂਜੀ, ਇਹ ਫਰਕ ਹੈ। ਹਾਂਜੀ, ਪਰ ਲੇਕਿਨ ਇਹ ਲਫ਼ਜ਼ ਵਰਤਣੇ ਹੁਣ ਤਾਂ ਸਾਰਾ ਕੁਝ ਵੀਡੀਓ ਤੇ ਚੱਲ ਰਿਹਾ। ਹਾਂਜੀ, ਲਫ਼ਜ਼ ਵਰਤਿਆ ਗਿਆ ਗੰਦ। ਹਾਂਜੀ ਹਾਂਜੀ, ਕਣ ਕਣ ਗੰਦ ਨਾ ਭਰਿਆ, ਗੰਦਗੀ ਨਾ ਭਰਿਆ ਤੇ ਅਨਪਾਰਲੀਮੈਂਟਰੀ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਰਵਾਇਤਾਂ ਹੈ ਪਾਰਲੀਮੈਂਟਰੀ ਪ੍ਰੈਕਟਿਸ ਦੀਆਂ, ਹਾਂਜੀ ਉਹ ਮੇਨਟੇਨ ਹੋਣੀਆਂ ਚਾਹੀਦੀਆਂ। ਡਿਗਨਿਟੀ ਆਫ ਦੀ ਹਾਊਸ ਮੇਨਟੇਨ ਹੋਣੀ ਚਾਹੀਦੀ ਹੈ ਔਰ ਇਹ ਜ਼ਿੰਮੇਵਾਰੀ ਲੀਡਰ ਆਫ ਦੀ ਹਾਊਸ ਦੀ ਹੀ ਹਮੇਸ਼ਾ ਹੁੰਦੀ ਹੈ ਕਿ ਉਹ ਡਿਗਨਿਟੀ ਮੇਨਟੇਨ ਰੱਖੇ। ਹਾਂਜੀ, ਲੇਕਿਨ ਸਿਆਸਤ ਦਾ ਓਵਰਆਲ ਪੱਧਰ ਪੰਜਾਬ ਵਿੱਚ ਹੀ ਨਹੀਂ ਸਾਰੇ ਹਿੰਦੁਸਤਾਨ ਵਿੱਚ ਇੰਨਾ ਥੱਲੇ ਜਾ ਰਿਹਾ ਹੈ ਤੇ ਇਹਦੇ ਵਿੱਚ ਕੁਝ ਵੀ ਐਕਸਪੈਕਟਡ ਹੈ। ਹਾਂਜੀ, ਸੋ ਤੁਹਾਡੀ ਗੱਲ ਦਾ ਮੈਂ ਇੰਨਾ ਕੀ ਜ਼ਿਕਰ ਕਰੂੰਗਾ। ਦੂਜੀ ਗੱਲ ਹੈ ਕਿ ਇਹ ਸਿਆਸੀ ਇਹ ਤੋਂ ਸਿਗਨਲ ਕੀ ਜਾਂਦਾ ਹੈ ਇਸ ਸੈਸ਼ਨ ਤੋਂ। ਹਾਂਜੀ 4.5 ਸਾਲ ਲਗਾਤਾਰ ਕਾਂਗਰਸ ਥੱਲੇ ਜਾ ਰਹੀ ਸੀਗੀ ਹਾਂਜੀ, ਤੇ ਉਸ ਪਾਰਟੀ ਦਾ ਮੇਰੇ ਖਿਆਲ ਦੇ ਵਿੱਚ ਇਹ ਅਖੀਰਲਾ ਸੈਸ਼ਨ ਹੈ। ਬਿਲਕੁਲ ਜੀ। ਇਹ ਤੋਂ ਬਾਅਦ ਤਾਂ ਕੋਈ ਸੈਸ਼ਨ ਹੋਣਾ ਹੀ ਨਹੀਂ। ਤੇ ਇਸ ਕਰਕੇ ਇਹਦੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਇੰਪੋਰਟੈਂਸ ਹੈ ਕਿਉਂਕਿ ਜਿਹੜਾ ਕੰਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਮੈਂ ਨਹੀਂ ਕਹੂੰਗਾ, ਮੈਂ ਕਾਂਗਰਸ ਦੀ ਸਰਕਾਰ ਕਹੂੰਗਾ, ਹਾਂਜੀ ਕਾਂਗਰਸ ਦੀ ਸਰਕਾਰ ਜਿਹੜੀ 4.5 ਸਾਲ ਚ ਨਹੀਂ ਕਰ ਸਕੀ, ਹਾਂਜੀ, ਉਹ ਆਪਣਾ ਲੀਡਰ ਬਦਲਣ ਤੋਂ ਬਾਅਦ ਇੱਕਦਮ ਤੇਜ਼ੀ ਦਿਖਾ ਰਹੀ ਹੈ ਤੇ ਉਹ ਸਾਰੇ ਕੰਮ ਜਿਹੜੇ ਰੁਕੇ ਹੋਏ ਸੀ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ ਹਾਂਜੀ, ਸੋ ਇਸ ਸੈਸ਼ਨ ਨੇ ਇੱਕ ਨਵਾਂ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ। ਇਸ ਸੈਸ਼ਨ ਦੇ ਭਾਵ ਮੇਰਾ ਰੂਲਿੰਗ ਕਾਂਗਰਸ, ਹਾਂਜੀ ਜਿਹੜੀ ਪਾਰਟੀ ਹੁਣ ਤੱਕ ਡਿਫੈਂਸਿਵ ਤੇ ਸੀ, ਹਾਂਜੀ, ਉਹ ਹੁਣ ਹਮਲਾਵਰ ਹੋ ਲੜਾਈ ਲੜਨ ਦੀ ਹਾਲਤ ਵਿੱਚ ਆ ਗਈ। ਮੈਂ ਅਜੇ ਹਮਲਾਵਰ ਨਹੀਂ ਕਹੂੰਗਾ। ਠੀਕ, ਕਿਸੇ ਨੂੰ ਗਾਲ ਕੱਢਣਾ ਮੈਂ ਉਹਨੂੰ ਹਮਲਾਵਰ ਨਹੀਂ ਮੰਨਦਾ ਹੁੰਦਾ। ਹਮਲਾਵਰ ਹਮੇਸ਼ਾ ਸਿਆਸਤ ਹੁੰਦੀ ਹੈ। ਠੀਕ, ਤੇ ਆਪਣੇ ਆਪ ਨੂੰ ਹੁਣ ਅੱਗੇ ਲਿਆਈ, ਲੜਾਈ ਲੜ ਰਹੀ ਹੈ। ਤੇ ਮੈਨੂੰ ਅਕਾਲੀ ਦਲ ਤੇ ਆਪ ਦੋਵੇਂ ਹੀ ਡਿਫੈਂਸਿਵ ਤੇ ਲੱਗੇ। ਬੜੀ ਅਜੀਬ ਗੱਲ ਹੈ। ਜਿਨ੍ਹਾਂ ਨੂੰ ਅਫੈਂਸਿਵ ਤੇ ਹੋਣਾ ਚਾਹੀਦਾ ਸੀਗਾ ਉਹ ਡਿਫੈਂਸਿਵ ਤੇ ਸੀਗੇ, ਤੇ ਜਿਨ੍ਹਾਂ ਨੂੰ ਰੂਲਿੰਗ ਪਾਰਟੀ ਜਿਹੜੀ ਹਮੇਸ਼ਾ ਡਿਫੈਂਸਿਵ ਤੇ ਹੋਇਆ ਕਰਦੀ ਹੈ ਉਹ ਅਫੈਂਸਿਵ ਤੇ ਸੀ। ਆਪ ਦਾ ਹਾਲ ਤਾਂ ਇਹ ਸੀ ਮੇਰੇ ਖਿਆਲ ਦੇ ਵਿੱਚ, ਜਦੋਂ ਪ੍ਰੋਟੈਸਟ ਕਰਨ ਹਾਊਸ ਦੇ ਵੈਲਫੇਅਰ ਸੀ ਆ ਕੇ ਗਿਣਦੇ ਸੀ ਵਾਪਸ ਵੀ ਸਾਡੇ ਐਮਐਲਏ ਪੂਰੇ ਹੀ ਹੈ ਕਿ ਨਹੀਂ। ਹਾਂਜੀ ਹਾਂਜੀ, ਹੁਣ ਜਿਸ ਪਾਰਟੀ ਦੀ ਹਾਲਤ ਇਹ ਹੋ ਗਈ ਹੋਵੇ, ਤੁਸੀਂ ਉੱਥੋਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੀ ਸਿਆਸਤ ਵਿੱਚ ਉਹ ਹੁਣ ਪਾਰਟੀ ਕਿੱਥੇ ਖੜਦੀ ਜਾ ਰਹੀ ਹੈ। ਜਦ ਕਿ ਲਗਾਤਾਰ ਇੱਕ ਪਰਸੈਪਸ਼ਨ ਬਿਲਡ ਹੋ ਰਹੀ ਸੀ ਕਿ ਆਪ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਕਾਂਗਰਸ ਤੇ ਅਕਾਲੀ ਦਲ ਦੇ ਕੰਪੈਰੀਜ਼ਨ ਦੇ ਵਿੱਚ। ਪਰ ਦੋ ਮਾਮਲੇ ਜਿਹੜੇ ਨੇ ਕੱਲ ਦੇ, ਮੈਂ ਜਿਹੜੇ ਤੈਨੂੰ ਇੱਕ ਸਵਾਲ ਛੋੜੇ, ਉਹ ਬਿਲਕੁਲ ਇਸ ਗੱਲ ਤੋਂ ਉਲਟ ਹੈ। ਹਾਂਜੀ,
ਸੋ ਇੱਕ ਨਵਾਂ ਨੈਰੇਟਿਵ ਕਾਂਗਰਸ ਆਪਣੀ ਇਲੈਕਸ਼ਨ ਵਾਸਤੇ ਸਿਰਜ ਰਹੀ ਹੈ ਔਰ ਸਿਰਜ ਲਿਆ ਹੈ ਉਹਨਾਂ ਨੇ। ਹਾਂਜੀ ਇਹ ਤੋਂ ਇੱਕ ਨੰਬਰ ਇੱਕ ਚਰਨਜੀਤ ਚੰਨੀ ਹੋਰਾਂ ਦੀ ਲੀਡਰਸ਼ਿਪ ਉਹ ਸਟੈਬਲਿਸ਼ ਹੋਈ ਹੈ। ਬਿਲਕੁਲ ਜਿਹੜਾ ਇਨਸਾਨ ਇੱਕ ਲੋ ਪ੍ਰੋਫਾਈਲ ਲੀਡਰ ਸਮਝਿਆ ਜਾਂਦਾ ਸੀ ਉਹਨੇ ਹੁਣ ਆਪਣੇ ਆਪ ਨੂੰ ਅਸਰਟ ਕਰ ਲਿਆ। ਇਹਦੀ ਇੱਕ ਡਾਇਮੈਂਸ਼ਨ ਹੋਰ ਹੈ ਜਿਹੜੀ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੀ ਸਟਰਗਲ ਹੁਣ ਵੀ ਚੱਲ ਰਹੀ ਹੈ। ਹਾਂਜੀ ਹਾਂਜੀ ਉਹਦੇ ਕੰਟੈਕਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੇ ਆਪ ਨੂੰ ਇਸ ਢੰਗ ਨਾਲ ਪੇਸ਼ ਕਰ ਰਹੇ ਹੈ ਕਿ ਅਗਲੀ ਇਲੈਕਸ਼ਨ ਉਹਨਾਂ ਦੀ ਕਮਾਂਡ ਵਿੱਚ ਹੀ ਲੜੀ ਜਾਏਗੀ। ਲੇਕਿਨ ਜੋ ਕੱਲ ਦਾ ਸੈਸ਼ਨ ਸੀ ਹਾਂਜੀ ਉਹਨੇ ਉਹਦੇ ਵਿੱਚ ਕੁਝ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਚਰਨਜੀਤ ਚੰਨੀ ਇਹ ਲੱਗ ਰਿਹਾ ਹੈ ਕਿ ਅਗਲੀ ਜਿਹੜੀ ਚੋਣ ਹੈ ਉਹਦੇ ਵਿੱਚ ਕਾਂਗਰਸ ਨੂੰ ਕਮਾਂਡ ਕਰਨ ਦੀ ਹਾਲਤ ਵਿੱਚ ਹੋ ਸਕਦੇ ਹੈ। ਬਾਕੀ ਫੈਸਲਾ ਤਾਂ ਇਹਨਾਂ ਦੀ ਪਾਰਟੀ ਨੇ ਕਰਨਾ ਹੈ, ਲੇਕਿਨ ਜਿਹੜੀ ਸਿਆਸਤ ਜਿਸ ਪਾਸੇ ਜਾ ਰਹੀ ਹੈ ਤੇ ਜਿਸ ਢੰਗ ਨਾਲ ਚੰਨੀ ਜੀ ਨੇ ਆਪਣੇ ਆਪ ਨੂੰ ਅਸਰਟ ਕੀਤਾ ਹੈ ਉਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਅੱਗੇ ਲਿਆਂਦਾ ਹੈ। ਇਹ ਜਗਤਾਰ ਜੀ ਇੱਕ ਗੱਲ ਤੁਸੀਂ ਕੀਤੀ ਹੈ ਕਿ ਆਮ ਆਦਮੀ ਪਾਰਟੀ 2 ਦਿਨ ਪਹਿਲਾਂ ਜਿਹੜੀ ਰੁਪਿੰਦਰ ਕੌਰ ਰੂਬੀ ਹੈ ਬਠਿੰਡੇ ਵਾਲੀ ਉਹ ਕਾਂਗਰਸ ਸ਼ਾਮਲ ਹੋ ਗਈ। ਕੱਲ ਜਿਸ ਤਰੀਕੇ ਨਾਲ ਜਿਹੜਾ ਰਾਏਕੋਟ ਦੇ ਵਿਧਾਇਕ ਹੈ ਜਗਤਾਰ ਸਿੰਘ ਜੱਗਾ ਉਹ ਕਾਂਗਰਸ ਵਾਲੀ ਸਾਈਡ ਤੇ ਬੈਠੇ ਤੇ ਜਾ ਕੇ ਜਿਹੜੀਆਂ ਚੰਨੀ ਹੁਣਾਂ ਨੂੰ ਵਧਾਈਆਂ ਦਿੱਤੀਆਂ, ਇਹ ਦੋਨੇ ਇੰਡੀਕੇਸ਼ਨ ਕਿੱਧਰ ਨੂੰ ਜਾਂਦੇ ਆ? ਮੈਂ ਉਹੀ ਤਰ੍ਹਾਂ ਗੱਲ ਕੀਤੀ ਸੀ ਕਿ ਜਦੋਂ ਆਪ ਵਾਲੇ ਵੈਲ ਵਿੱਚ ਪ੍ਰੋਟੈਸਟ ਕਰ ਜਾਂਦੇ ਸੀ ਤੇ ਵਾਪਸ ਆ ਕੇ ਆਪਣੇ ਐਮਐਲਏ ਗਿਣਦੇ ਸੀ ਵੀ ਕੋਈ ਉਧਰ ਤਾਂ ਨਹੀਂ ਰਹਿ ਗਿਆ ਜਾਂ ਉਧਰ ਤਾਂ ਨਹੀਂ ਚਲਾ ਗਿਆ। ਸੋ ਉਹ ਮੇਰੀ ਗੱਲ ਇਸੇ ਕੰਟੈਕਸਟ ਦੇ ਵਿੱਚ ਸੀ। ਹਾਂਜੀ ਹੁਣ 2 ਐਮਐਲਏ ਇਲੈਕਸ਼ਨ ਤੋਂ ਕੁਝ ਚਿਰ ਪਹਿਲਾਂ, ਮਹੀਨੇ ਤਾਂ ਹੁਣ 2 ਹੀ ਰਹਿ ਗਏ, ਬਿਲਕੁਲ 2-2.5 ਮਹੀਨੇ ਪਹਿਲਾਂ 2 ਐਮਐਲਏ ਟੁੱਟ ਕੇ ਪਾਰਟੀ ਦੇ ਹੋਰ ਕਾਂਗਰਸ ਵਿੱਚ ਚਲੇ ਜਾਣ ਤੋਂ ਪਾਰਟੀ ਨੂੰ ਨੈਚੁਰਲੀ ਵੱਡੀ ਸੈਟਬੈਕ ਹੈ। ਤੇ ਇਹ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਪੰਜਾਬ ਦੀ ਸਮਝ ਹੀ ਨਹੀਂ ਆਈ ਦਿੱਲੀ ਵਾਲਿਆਂ ਨੂੰ। ਹਾਂਜੀ ਹੁਣ ਤੱਕ ਇਹਨਾਂ ਦੇ ਕੋਲੇ ਕੋਈ ਇਫੈਕਟਿਵ ਲੀਡਰ ਪੰਜਾਬ ਵਿੱਚ ਨਹੀਂ ਹੈ। ਇਹ ਰੂਬੀ ਹੋਰਾਂ ਨੇ ਵੀ ਗੱਲ ਕੀਤੀ ਵੀ ਭਗਵੰਤ ਮਾਨ ਨੂੰ ਲੀਡਰ ਇਹਨਾਂ ਨੇ ਡਿਕਲੇਅਰ ਨਹੀਂ ਕੀਤਾ ਇਲੈਕਸ਼ਨ ਦਾ। ਚਲੋ ਉਹਨਾਂ ਦਾ ਆਪਣਾ ਇਸ਼ੂ ਹੈ ਵੀ ਕਿਹਨੂੰ ਕਰਦੇ ਕਿਹਨੂੰ ਨਹੀਂ ਕਰਦੇ, ਲੇਕਿਨ ਲੀਡਰ ਦਾ ਕੋਈ ਹੋਣਾ ਚਾਹੀਦਾ ਨਾ ਜਿਹੜਾ ਪਾਰਟੀ ਨੂੰ ਕੰਟਰੋਲ ਕਰ ਸਕੇ। ਸੋ ਉਹ ਘਾਟ ਹੈਗੀ ਹੈ ਇਹਨਾਂ ਦੀ, ਜਦ ਕਿ ਲੋਕ ਅਕਾਲੀ ਦਲ ਤੇ ਕਾਂਗਰਸ ਦੋਵਾਂ ਤੋਂ ਤੰਗ ਆ ਚੁੱਕੇ ਸੀਗੇ। ਮੇਰੇ ਖਿਆਲ ਦੇ ਵਿੱਚ ਹੁਣ ਜਿਹੜੀ ਲੜਾਈ ਅਗਲੀ ਹੋਣੀ ਹੈ ਨਾ, ਹਾਂਜੀ ਉਹ ਫਿਰ ਅਕਾਲੀ ਦਲ ਤੇ ਕਾਂਗਰਸ ਵਿੱਚ ਹੋਣ ਦੀ ਜ਼ਿਆਦਾ ਉਹਦੀ ਸੰਭਾਵਨਾ ਹੈ। ਬਿਲਕੁਲ ਇਸ ਪਾਸੇ ਵੱਲ ਨੂੰ ਸਥਿਤੀ ਵੱਧ ਰਹੀ ਹੈ। ਪਰ ਅਕਾਲੀ ਦਲ ਦੀ ਇੱਕ ਪ੍ਰੋਬਲਮ ਹੋਰ ਬਣ ਗਈ ਕਿ ਫਿਰੋਜ਼ਪੁਰ ਦੇ ਵਿੱਚ ਉਹਨਾਂ ਦਾ ਕਿਸਾਨਾਂ ਨਾਲ ਫਿਰ ਟਕਰਾਅ ਹੋ ਗਿਆ। ਇਹ ਜੇ ਟਕਰਾਅ ਹੋਰ ਵਧੇਗਾ ਅਕਾਲੀ ਦਲ ਨੂੰ ਨੁਕਸਾਨ ਨਹੀਂ ਹੋਏਗਾ? ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੀ ਗੱਲ ਪੰਜਾਬ ਦੀ ਕੰਪੇਨ ਸ਼ੁਰੂ ਕੀਤੀ 100 ਦਿਨਾਂ ਦੀ ਹਰ ਹਲਕੇ 'ਚ ਜਾਣ ਦੀ, ਤੇ ਜਿਸ ਢੰਗ ਨਾਲ, ਮੈਂ ਕੰਪੇਨ ਦੇ ਖਿਲਾਫ ਨਹੀਂ, ਲੇਕਿਨ ਜਿਹੜਾ ਉਹਨਾਂ ਦਾ ਤਰੀਕਾ ਸੀ ਕੰਪੇਨ ਕਰਨ ਦਾ ਉਹ ਗਲਤ ਸੀ। ਉਹਨਾਂ ਨੇ ਇੱਕ ਬਹੁਤ ਅਗਰੈਸਿਵ ਕੰਪੇਨ ਜਿਨ੍ਹਾਂ ਨੇ ਵੀ ਡਿਜ਼ਾਈਨ ਕੀਤੀ, ਜਾਂ ਤਾਂ ਉਹਨਾਂ ਨੂੰ ਪੰਜਾਬ ਦੀ ਸਮਝ ਹੀ ਨਹੀਂ ਸੀਗੀ। ਅੱਜ ਕੱਲ੍ਹ ਕਿਹਾ ਜਾਂਦਾ ਵੀ ਕੰਪਨੀਆਂ ਬਾਹਰੋਂ ਆ ਕੇ ਸਿਆਸੀ ਪਾਰਟੀਆਂ ਦੀ ਕੰਪੇਨ ਡਿਜ਼ਾਈਨ ਕਰਦੀਆਂ। ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਸਾਰਿਆਂ ਨੂੰ, ਸਿਆਸੀ ਲੀਡਰਾਂ ਨੂੰ ਵੀ ਤੇ ਜਿਹੜੇ ਲੋਕ ਇਹੋ ਜਿਹੀ ਕੰਪਨੀਆਂ ਬਣਾਉਂਦੇ ਹੈ, ਕਿ ਜਿਹੜੀ ਪੰਜਾਬ ਦੀ ਸਿਆਸਤ ਹੈ ਉਹ ਬਾਕੀ ਸਾਰੇ ਹਿੰਦੁਸਤਾਨ ਤੋਂ ਵੱਖਰੀ ਹੈ। ਇਹ ਬਿਲਕੁਲ ਵੱਖਰੀ ਤਰ੍ਹਾਂ ਦੀ ਸਟੇਟ ਹੈ। ਸੋ ਜਦੋਂ ਇਹ ਲੋਕ ਬਾਹਰੋਂ ਆ ਕੇ ਪੰਜਾਬ ਵਿੱਚ ਉਹੋ ਜਿਹੀ ਸਟ੍ਰੈਟਜੀ ਜਿਹੜੀ ਬਾਕੀ ਸਟੇਟਸ ਦੇ ਵਿੱਚ ਲਾਗੂ ਕਰਦੇ ਹੈ, ਇੱਥੇ ਅਪਣਾਉਣ ਦੀ ਕੋਸ਼ਿਸ਼ ਕਰਦੇ ਹੈ, ਉਹ ਬੂਮਰੈਂਗ ਕਰ ਜਾਂਦੀ ਹੈ, ਉਲਟੀ ਪੈ ਜਾਂਦੀ ਸਾਰੀ ਨੂੰ। ਇੱਥੇ ਵੀ ਮੇਰੇ ਖਿਆਲ 'ਚ ਇਹੀ ਹੋਇਆ। ਉਦੋਂ ਤੱਕ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਅਕਾਲੀ ਦਲ ਰਾਈਜ਼ ਕਰਦੇ ਨਜ਼ਰ ਆ ਰਹੇ ਸੀਗੇ, ਲੇਕਿਨ ਜਦੋਂ ਅਗਰੈਸਿਵਲੀ ਇਹਨਾਂ ਨੇ ਕੰਪੇਨ ਸ਼ੁਰੂ ਕੀਤੀ, ਉਸ ਕੰਪੇਨ ਨੇ ਕਿਸਾਨਾਂ ਨੂੰ ਪ੍ਰਵੋਕ ਕਰਤਾ ਤੇ ਕਨਫਰੰਟੇਸ਼ਨ ਬਿਲਡ ਹੋਣੀ ਸ਼ੁਰੂ ਹੋ ਗਈ। ਤੇ ਹੁਣ ਇੰਪ੍ਰੈਸ਼ਨ ਇਹ ਜਾ ਰਿਹਾ ਹੈ ਵੀ ਅਕਾਲੀ ਦਲ ਕਿਸਾਨਾਂ ਨੂੰ ਕਨਫਰੰਟ ਕਰ ਰਿਹਾ ਹੈ, ਔਰ ਜੋ ਕੁਝ ਫਿਰੋਜ਼ਪੁਰ ਹੋਇਆ ਹੈ ਕੱਲ, ਉਹਦੇ ਨਾਲ ਇਸ ਪਰਸੈਪਸ਼ਨ ਦੇ ਵਿੱਚ ਹੋਰ ਵਾਧਾ ਹੋਇਆ। ਸੋ ਅਕਾਲੀ ਦਲ ਨੂੰ ਇਮੀਡੀਏਟਲੀ ਇਹਦੇ ਰੈਮੀਡੀਅਲ ਮੈਜਰਸ ਲੈਣੇ ਚਾਹੀਦੇ ਹੈ, ਤੇ ਜਿਸ ਢੰਗ ਨਾਲ ਕੰਪੇਨ ਕੀਤੀ ਜਾ ਰਹੀ ਹੈ ਉਸ ਤੋਂ ਆਪਣੇ ਪੈਰ ਪਿੱਛੇ ਖਿੱਚ ਲੈਣੇ ਚਾਹੀਦੇ ਆ, ਤਾਂ ਕਿ ਫਰਦਰ ਜਿਹੜਾ ਡੈਮੇਜ ਹੈ ਉਹ ਰੁਕ ਸਕੇ। ਤੇ ਟਰੈਕ 2 ਤੇ ਕਿਸਾਨੀ ਲੀਡਰਸ਼ਿਪ ਨਾਲ ਗੱਲ ਕਰਕੇ ਆਪਣੇ ਝਗੜੇ ਨਿਬੇੜ ਲੈਣੇ ਚਾਹੀਦੇ ਆ, ਤਾਂ ਹੀ ਇਹਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਤੁਰੇਗੀ, ਨਹੀਂ ਤਾਂ ਇਹ ਡੈਮੇਜ ਆਪਣਾ ਖੁਦ ਹੀ ਕਰਦੇ ਜਾ ਰਹੇ ਆ ਮੇਰੇ ਖਿਆਲ ਦੇ ਵਿੱਚ। ਪਰ
ਫਿਰੋਜ਼ਪੁਰ ਤੋਂ ਤਾਂ ਲੱਗਦਾ ਵੀ ਅਕਾਲੀ ਦਲ ਵੀ ਮੋਰਚਾ ਲਾਉਣ ਨੂੰ ਜਾਂ ਅੰਦੋਲਨ ਕਰਨ ਨੂੰ ਫਿਰਦਾ ਹੈ ਤੇ ਉਧਰੋਂ ਕਿਸਾਨਾਂ ਦਾ ਵੀ ਇਹੋ ਹੀ ਐਲਾਨ ਹੈ, ਤੇ ਇਹ ਹੋਰ ਟਕਰਾਅ ਵੱਲ ਲੈ ਕੇ ਨਹੀਂ ਜਾਏਗਾ। ਮੈਂ ਉਹੀ ਅਰਜ਼ ਕਰ ਰਿਹਾ ਵੀ ਜਿਹੜਾ ਟਕਰਾਅ ਦੀ ਪਰਸੈਪਸ਼ਨ ਬਿਲਡ ਹੋ ਰਹੀ ਹੈ ਉਹ ਖਤਮ ਹੋਣੀ ਚਾਹੀਦੀ ਹੈ, ਤੇ ਇਹਦੇ ਵਾਸਤੇ ਜਿਹੜਾ ਇਨੀਸ਼ੀਏਟਿਵ ਲੈਣਾ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੀ ਲੈਣਾ ਹੈ। ਹਾਂਜੀ। ਸੋ ਇਹਨਾਂ ਨੂੰ ਇਸ ਰਾਜ ਤੋਂ ਪਿੱਛੇ ਹਟ ਕੇ ਹੁਣ ਦੇਖੋ, ਹੁਣ ਜੋ ਵੀ ਇਹ ਸਟੈਪ ਲੈਣਗੇ ਕੋਈ ਵੀ, ਹਾਂਜੀ। ਭਾਵੇਂ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਇਸ ਸਟੇਜ ਤੇ ਆ ਕੇ ਕਨਫਰੰਟੇਸ਼ਨ ਵੱਲ ਹੀ ਗੱਲ ਤੁਰੇਗੀ। ਜਾਂ ਸ਼ੁਰੂ ਦੇ ਵਿੱਚ ਜਦੋਂ ਇਹ ਛੱਡ ਕੇ ਬੀਜੇਪੀ ਨੂੰ ਆਏ ਸੀ, ਅਲਾਇੰਸ ਖਤਮ ਕੀਤੀ ਸੀ, ਉਦੋਂ ਕਿਸੇ ਢੰਗ ਨਾਲ ਇਹ ਕਿਸਾਨੀ ਸੰਘਰਸ਼ ਦੀ ਸਪੋਰਟ ਕਰਦੇ ਗ੍ਰਾਸ ਰੂਟ ਤੇ ਆ ਕੇ। ਉਹ ਕਿਸੇ ਪਾਰਟੀ ਨੇ ਨਹੀਂ ਕੀਤੀ, ਨਾ ਹੀ ਕਿਸਾਨ ਲੀਡਰ ਅੱਗੇ ਆਉਣ ਦੇਣਾ ਚਾਹੁੰਦੇ ਕਿਸੇ ਨੂੰ ਇਹਨਾਂ ਨੂੰ, ਲੇਕਿਨ ਆਪਣੇ ਲੈਵਲ ਤੇ ਇਹ ਲੋਕ ਉਹਨਾਂ ਦੇ ਸਪੋਰਟ ਕਰ ਸਕਦੇ ਸੀਗੇ। ਸੋ ਇਸ ਸਟੇਜ ਤੇ ਇੱਕ ਨਵਾਂ ਮੋੜ ਦੇਣ ਦੀ ਲੋੜ ਹੈ ਇਹਨਾਂ ਦੇ ਆਪਣੇ ਰਿਲੇਸ਼ਨਸ਼ਿਪ ਨੂੰ ਕਿਸਾਨਾਂ ਦੇ ਨਾਲ, ਕਿਉਂਕਿ ਕਿਸਾਨੀ ਹੀ ਅਕਾਲੀ ਦਲ ਦਾ ਇੰਨੇ ਸਾਲਾਂ ਤੋਂ ਮੇਨ ਸਪੋਰਟ ਬੇਸ ਰਹੀ ਹੈ। ਹਾਂਜੀ। ਸਿੱਖ ਤੇ ਕਿਸਾਨੀ, ਪੰਜਾਬ ਦੇ ਕਿਸਾਨ ਸਿੱਖ ਹੀ ਹੈ, ਹਾਂਜੀ। ਔਰ ਅਕਾਲੀ ਦਲ ਦਾ ਟ੍ਰੈਡੀਸ਼ਨਲ ਸਪੋਰਟ ਬੇਸ ਸਿੱਖ ਹੁੰਦੇ ਸੀਗੇ। ਹੁਣ ਉਸੇ ਸਪੋਰਟ ਬੇਸ ਨਾਲ ਇਹਨਾਂ ਦੀ ਕਨਫਰੰਟੇਸ਼ਨ ਆ ਰਹੀ ਹੈ, ਸੋ ਮੇਰੇ ਖਿਆਲ 'ਚ ਉਹ ਅਵਾਇਡ ਕਰਨੀ ਚਾਹੀਦੀ ਹੈ। ਇਸੇ ਸੰਦਰਭ ਦੇ ਵਿੱਚ ਜਿਹੜਾ ਚਰਨਜੀਤ ਸਿੰਘ ਚੰਨੀ ਹੈ ਮੁੱਖ ਮੰਤਰੀ ਪੰਜਾਬ, ਜਿਹੜੀ ਪਹਿਲਾਂ ਤੁਸੀਂ ਗੱਲ ਕਹੀ ਉਹਦੀ ਦੁਬਾਰਾ ਮੈਂ ਇੱਕ ਗੱਲ ਕਰਨਾ ਚਾਹੁੰਦਾ। ਜਿਸ ਤਰ੍ਹਾਂ ਉਹਨਾਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ ਸੰਘੀ ਢਾਂਚੇ ਨੂੰ ਲੈ ਕੇ, ਕਿਸਾਨੀ ਬਿੱਲਾਂ ਨੂੰ ਲੈ ਕੇ, ਜਿੱਥੇ ਉਹਨਾਂ ਨੂੰ ਉਹਨਾਂ ਦੀ ਲੀਡਰਸ਼ਿਪ ਐਸਟੈਬਲਿਸ਼ ਹੋਈ, ਉਹਨਾਂ ਦਾ ਹਮਲਾ ਵੀ ਅਕਾਲੀ ਦਲ ਦੇ ਉੱਪਰ ਬਹੁਤ ਜ਼ਿਆਦਾ ਵਧਿਆ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ, ਗੱਲ ਇਹ ਹੈ ਕਿ ਅਕਾਲੀ ਦਲ ਦੀ ਇੱਕ ਸਮੱਸਿਆ ਸ਼ੁਰੂ ਤੋਂ ਰਹੀ ਹੈ, ਮੈਂ ਬੜੀ ਵਾਰੀ ਪੁਆਇੰਟ ਆਊਟ ਕੀਤੀ ਹੈ ਗੱਲ, ਕਿ ਜਿਨ੍ਹਾਂ ਇਸ਼ੂਜ਼ ਨੂੰ ਲੈ ਕੇ ਇਹ ਸੰਘਰਸ਼ ਕਰਦੇ ਰਹੇ, ਹਾਂਜੀ, ਜਦੋਂ ਇਹ ਸੱਤਾ ਚੋਂ ਬਾਹਰ ਹੁੰਦੇ ਆ, ਉਹ ਇਸ਼ੂ ਸਡਨਲੀ ਪਾਵਰ ਚ ਆਉਣ ਤੋਂ ਬਾਅਦ ਇਹ ਭੁੱਲ ਜਾਂਦੇ ਆ। ਕੱਲ ਜਦੋਂ ਮੈਂ ਸੁਣਿਆ ਚਰਨਜੀਤ ਚੰਨੀ ਹੋਰਾਂ ਦੀ ਵੀਡੀਓ, ਜਿਹਦੇ ਚ ਉਹਨਾਂ ਨੇ ਕਿਹਾ ਵੀ 1996 ਇਹਨਾਂ ਨੇ ਅਨਕੰਡੀਸ਼ਨਲ ਸਪੋਰਟ ਜਿਹੜੀ ਦਿੱਤੀ ਵਾਜਪਾਈ ਦੀ 13 ਦਿਨਾਂ ਦੀ ਸਰਕਾਰ ਨੂੰ, ਉਹਨੇ ਪੰਜਾਬ ਵਿੱਚ RSS ਦਾ ਰਾਹ ਪੱਧਰਾ ਕੀਤਾ। ਹਾਂਜੀ। ਮੈਨੂੰ ਬੜੀ ਪੁਰਾਣੀ ਗੱਲ ਯਾਦ ਹੈ, ਮੈਂ ਇੱਕ ਲੋਕ ਸਭਾ ਇਲੈਕਸ਼ਨ ਦੇ ਵਿੱਚ ਘੁੰਮ ਰਿਹਾ ਸੀਗਾ, ਹਾਂਜੀ, ਤੇ ਮੈਂ ਬਾਰਡਰ ਦੇ ਪਿੰਡਾਂ 'ਚ ਫਤਿਹਗੜ੍ਹ ਚੂੜੀਆਂ ਤੋਂ ਅੱਗੇ, ਉਦੋਂ ਫਤਿਹਗੜ੍ਹ ਚੂੜੀਆਂ ਅੰਮ੍ਰਿਤਸਰ ਲੋਕ ਸਭਾ ਕੰਸਟੀਟਿਊਂਸੀ ਦਾ ਹਿੱਸਾ ਹੁੰਦਾ ਸੀ, ਤੇ ਸ਼ਾਇਦ ਉਸ ਇਲੈਕਸ਼ਨ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੀ ਕੈਂਡੀਡੇਟ ਸੀਗੇ। ਠੀਕ। ਤੇ ਬਾਰਡਰ ਦੇ ਪਿੰਡਾਂ ਤੱਕ ਬੀਜੇਪੀ ਦੇ ਪੋਸਟਰ ਲੱਗੇ ਸੀ। ਮੇਰੇ ਦਿਮਾਗ 'ਚ ਇੱਕੋ ਹੀ ਗੱਲ ਆਈ ਸੀ ਕਿ ਹੁਣ RSS ਪੰਜਾਬ ਦੇ ਬਾਰਡਰ ਦੇ ਪਿੰਡਾਂ ਤੱਕ ਪਹੁੰਚੇਗੀ, ਔਰ ਉਹੀ ਹੋਇਆ ਅਲਟੀਮੇਟਲੀ। ਬੀਜੇਪੀ ਨੇ ਆਪਣੇ ਪੈਰ ਪਸਾਰੇ, RSS ਵਾਲੇ ਸਾਰੇ ਪਿੰਡਾਂ 'ਚ ਉਹਨਾਂ ਨੇ ਕੋਸ਼ਿਸ਼ ਕੀਤੀ ਆਪਣੇ ਯੂਨਿਟਸ ਬਣਾਉਣ ਦੀ। ਇਹ ਸਾਰਾ ਕੁਝ ਤਾਂ ਵਾਪਰਿਆ ਕਿਉਂਕਿ ਬੀਜੇਪੀ ਦਾ ਅਕਾਲੀ ਦਲ ਨਾਲ ਸਮਝੌਤਾ ਸੀ, ਹਾਂਜੀ, ਅਲਾਇੰਸ ਦੇ ਵਿੱਚ। ਇਹਨਾਂ ਨੇ ਤਾਂ ਆਪਣਾ ਨੁਕਸਾਨ ਕੀਤਾ ਅਕਾਲੀ ਦਲ ਨੇ, ਇਨ ਦੀ ਲੌਂਗ ਰਨ ਉਹਨਾਂ ਨੇ ਗੇਨ ਕੀਤਾ। ਗੱਲ ਇਹ ਨਹੀਂ ਹੁੰਦੀ ਕਿ ਸੀਟਾਂ ਬੀਜੇਪੀ ਕਿੰਨੀਆਂ ਜਿੱਤਦੀ ਹੈ ਪੰਜਾਬ ਦੇ ਅਗਲੇ ਇਲੈਕਸ਼ਨ ਦੇ ਵਿੱਚ। RSS ਨੇ ਆਪਣਾ ਜਿਹੜਾ ਸੀ ਆਪਰੇਟਸ, ਉਹ ਸਾਰਾ ਸੈਟਅਪ ਕਰਤਾ ਪੰਜਾਬ ਦੇ ਵਿੱਚ। ਤੇ ਮੇਰੇ ਖਿਆਲ 'ਚ ਇਲੈਕਸ਼ਨ ਨਾਲੋਂ ਮੈਨੂੰ ਉਹ ਗੱਲ ਜ਼ਿਆਦਾ ਇੰਪੋਰਟੈਂਟ ਲੱਗਦੀ ਹੈ। ਸ਼ਾਇਦ ਚੰਨੀ ਜੀ ਉਸੇ ਪਾਸੇ ਹੀ ਇਸ਼ਾਰਾ ਕਰ ਰਹੇ ਹੋਣ। ਹਾਂਜੀ, ਹਾਂਜੀ। ਤੇ ਉਹ ਗੱਲ ਠੀਕ ਹੈ, ਜਦੋਂ ਪਾਵਰ ਚੋਂ ਬਾਹਰ ਹੁੰਦੇ ਆ ਉਦੋਂ ਇਹ ਗੱਲਾਂ ਕਰਦੇ ਆ। ਹੋਰ ਵੀ ਬੜੇ ਇਸ਼ੂ ਹੈਗੇ ਆ, ਇਸ ਢੰਗ ਦੇ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ। ਸੋ ਇਸ ਕਰਕੇ ਤੁਸੀਂ ਦੂਸਰੀ ਗੱਲ ਕਿਹੜੀ ਕਰ ਰਹੇ ਸੀ ਇਹਦੇ ਨਾਲ? ਅਸੀਂ ਸਿਆਸਤ ਬਾਰੇ ਤਾਂ ਇਹੀ ਗੱਲ ਕੀਤੀ, ਦੂਜੀ ਆਮ ਆਦਮੀ ਪਾਰਟੀ ਬਾਰੇ ਗੱਲ ਕੀਤੀ, ਤੇ ਇਹਨਾਂ ਬਾਰੇ ਤੀਜੀ ਗੱਲ ਜਿਹੜੀ ਹੈ ਉਹ ਅਸੀਂ ਕੀਤੀ ਸੀ ਵੀ ਜਿਵੇਂ ਜਿਹੜੀ ਫਿਲਮੀ ਹੀਰੋਇਨ ਆ ਸਾਡੇ ਗਵਾਂਢੀ ਸੂਬੇ ਹਿਮਾਚਲ ਤੋਂ ਆ ਕੰਗਣਾ ਨਰੌਤ, ਉਹਨੂੰ ਜਿਵੇਂ ਪਦਮ ਸ਼੍ਰੀ ਦਿੱਤਾ, ਤੇ ਉਹਨੇ ਜਿਵੇਂ ਕਿਹਾ ਵੀ ਜਿਹੜੀ 47 ਚ ਜਿਹੜੀ ਸਾਡੀ ਆਜ਼ਾਦੀ ਆਈ ਉਹ ਭੀਖ ਸੀ, ਆਜ਼ਾਦੀ ਤਾਂ 2014 ਚ ਆਈ ਹੈ। ਤੇ ਉਹਦੇ ਬਾਰੇ ਜਿਹੜੇ ਉੱਗੇ ਹਿਸਟੋਰੀਅਨ ਇਰਫਾਨ ਹਬੀਬ, ਉਹਨਾਂ ਕਿਹਾ ਵੀ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ। ਦੇਖੋ, ਮੈਂ ਨਾਨ ਸੀਰੀਅਸ ਕਰੈਕਟਰਸ ਬਾਰੇ ਕੋਈ ਨਾਰਮਲੀ ਕਮੈਂਟ ਕਰਨਾ ਚਾਹੁੰਦਾ ਨਹੀਂ ਹੁੰਦਾ, ਨਾ ਹੀ ਮੈਂ ਕੋਈ ਬਹੁਤਾ ਕਰਨਾ ਚਾਹੁੰਦਾ, ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਖਿਤਾਬ
ਸਰਕਾਰਾਂ ਦਿੰਦੀਆਂ ਉਹ ਕਿਹੋ ਜਿਹੇ ਲੋਕ ਹੁੰਦੇ ਅਲਟੀਮੇਟਲੀ। ਭਾਰਤ ਰਤਨ ਵੀ ਦਿੱਤਾ ਗਿਆ, ਪਹਿਲਾਂ ਹੁੰਦਾ ਸੀ ਟ੍ਰੈਡੀਸ਼ਨ ਵੀ ਭਾਰਤ ਰਤਨ ਜਿਉਂਦੇ ਬੰਦੇ ਨੂੰ ਨਹੀਂ ਸੀ ਦਿੱਤਾ ਜਾਂਦਾ। ਹਾਂਜੀ ਤੇ ਕੋਈ ਬੰਦਾ ਕਿਤੇ ਭਾਰਤ ਰਤਨ ਲੈਣ ਤੋਂ ਬਾਅਦ ਕੋਈ ਗਲਤੀ ਕਰ ਸਕਦਾ ਹੈ? ਸੋ ਜਿਹੜੀ ਇਸ ਅਵਾਰਡ ਦੀ ਪ੍ਰੈਸਟੀਜ ਹੈ ਉਹ ਹਿੱਟ ਹੁੰਦੀ ਹੈ। ਹੁਣ ਇਸ ਕੇਸ ਦੇ ਵਿੱਚ ਵੀ ਇਹੀ ਹੈ, ਇੱਕ ਨਾਨ ਸੀਰੀਅਸ ਕਰੈਕਟਰ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਮੋਦੀ ਜੀ ਨੇ ਸਾਨੂੰ ਅਸਲੀ ਆਜ਼ਾਦੀ ਦਵਾਈ। ਹਾਂਜੀ ਇਹ ਉਸ ਕਰੈਕਟਰ ਦਾ ਕਸੂਰ ਨਹੀਂਗਾ, ਇਹ ਕਸੂਰ ਹੈ ਉਸ ਸਕੂਲ ਆਫ ਥਾਟ ਦਾ, ਉਹਨਾਂ ਉਸ ਸਟਰਕਚਰ ਦਾ ਜਿਹਨੇ ਲਗਾਤਾਰ ਜਿਹੜੀ ਫਰੀडम ਸਟਰਗਲ ਹੈ ਉਹਨੂੰ ਮਿਨੀਮਾਈਜ਼ ਕਰਕੇ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਕਦੇ ਮਹਾਤਮਾ ਗਾਂਧੀ ਦੇ ਅਟੈਕ, ਕਦੇ ਜਵਾਹਰ ਲਾਲ ਨਹਿਰੂ ਤੋਂ ਅਟੈਕ। ਸੋ ਉਹਦੇ ਵਿੱਚੋਂ ਨਿਕਲੀ ਹੈ, ਇਹਨਾਂ ਨੇ ਬਿਲਡ ਕੀਤਾ। ਜਿਹੜਾ ਇਹ ਸਟਰਕਚਰ ਹਿੰਦੂਤਵ ਵਾਲਾ ਸਟਰਕਚਰ ਹੈ, ਜਿਹੜਾ ਸ਼ੁਰੂ ਹੁੰਦਾ ਸਾਵਰਕਰ ਤੋਂ, RSS ਵਾਲਾ, ਹਾਂਜੀ, ਇਹਨਾਂ ਦੀ ਇਸ ਫਰੀडम ਸਟਰਗਲ 'ਚ ਕੋਈ ਦੇਣ ਨਹੀਂ ਹੈ। ਰਾਦਰ ਸਾਵਰਕਰ ਨੇ ਜਦੋਂ ਉਹ ਜੇਲ੍ਹ ਵਿੱਚ ਸੀ, ਹਾਂਜੀ, ਕਾਲੇ ਪਾਣੀ ਸੀ, ਸੈਲੂਲਰ ਜੇਲ੍ਹ ਤੋਂ 5 ਚਿੱਠੀਆਂ ਪੰਜ ਮਾਫੀਨਾਮੇ ਲਿਖੇ ਅੰਗਰੇਜ਼ਾਂ ਨੇ। ਹਾਂਜੀ, ਉਹ ਪੀਰੀਅਡ ਸੀ ਜਦੋਂ ਗਦਰ ਪਾਰਟੀ ਦੇ ਉਸ ਜੇਲ੍ਹ 'ਚ ਡੋਮੀਨੇਟ ਕਰਦੇ ਸੀਗੇ ਹਾਂਜੀ, ਤੇ ਉਹਨਾਂ ਨੇ ਭੁੱਖ ਹੜਤਾਲਾਂ ਕੀਤੀਆਂ, ਲੜਾਈਆਂ ਲੜੀਆਂ। ਇਹ ਕਦੇ ਬੀਜੇਪੀ ਵਾਲੇ ਦੱਸਦੇ ਹੀ ਨਹੀਂ ਕਿ ਜਿਹੜੇ ਉੱਥੇ ਟਾਰਚਰ ਹੁੰਦੇ ਸੀ ਹਾਂਜੀ, ਗਦਰੀਆਂ ਦੇ ਜਾਣ ਤੋਂ ਪਹਿਲਾਂ, ਉਹਨਾਂ ਨੇ ਕਿਵੇਂ ਰੁਕਵਾਏ, ਬਿਲਕੁਲ, ਸਟਰਗਲ ਕਰ ਕਰਕੇ, ਔਰ ਕਿਵੇਂ ਗਦਰ ਪਾਰਟੀ ਦੇ ਲੀਡਰਾਂ ਨੇ ਸਫਰ ਕੀਤਾ। ਤੇ ਉਲਟਾ ਇਹਨਾਂ ਨੇ ਹੀਰੋ ਬਣਾਇਆ ਉਸ ਸਟਰਗਲ ਦੇ ਵਿੱਚ ਉਸ ਜੇਲ੍ਹ ਦਾ ਆਪਣੇ ਸਭ। ਜਿਸ ਬੰਦੇ ਨੇ ਮਾਫੀ ਮੰਗੀ ਹੋਵੇ 5 ਵਾਰੀ ਅੰਗਰੇਜ਼ਾਂ ਤੋਂ, ਜਦੋਂ ਤੁਸੀਂ ਉਹਨੂੰ ਉਹਦੇ ਕਰੈਕਟਰ ਬਿਲਡ ਕਰੋਗੇ, ਅਸਲੀ ਜਿਹੜੇ ਫਰੀडम ਫਾਈਟਰ ਹੈ ਉਹਨਾਂ ਨੂੰ ਛੱਡ ਕੇ, ਪਾਸੇ ਕਰਕੇ, ਇਗਨੋਰ ਕਰਕੇ, ਤੇ ਇਹ ਉਸ ਨੈਰੇਟਿਵ ਦੇ ਵਿੱਚੋਂ ਕੰਗਨਾ ਨਰੌਤ ਹੀ ਨਿਕਲ, ਐਸੇ ਹੋਰ ਬਹੁਤ ਕਰੈਕਟਰ ਨਿਕਲਣਗੇ। ਸੋ ਇਹ ਸਾਰੀ ਗੜਬੜ ਉੱਥੇ ਹੈ। ਮੈਂ ਇੱਕ ਗੱਲ ਇਹਦੇ ਨਾਲ ਹੋਰ ਕਹਿਣੀ ਚਾਹੁੰਦਾ, ਬਹੁਤ ਸਾਰੇ ਪਾਸਿਓਂ ਮੰਗ ਹੋਈ ਹੈ ਵੀ ਇਹਨਾਂ ਕੋਲੋਂ ਪਦਮ ਸ਼੍ਰੀ ਵਾਪਸ ਲੈਣਾ ਚਾਹੀਦਾ ਹੈ ਤੇ ਇਹਨੂੰ ਕੰਗਨਾ ਨੂੰ ਮਾਫੀ ਮੰਗਣੀ ਚਾਹੀਦੀ ਹੈ, ਤੇ ਇਹਦੇ ਬਾਰੇ ਤੁਸੀਂ ਕਹਿਣਾ ਚਾਹੁੰਦੇ? ਨਹੀਂ, ਇਹ ਤਾਂ ਬਹੁਤ ਛੋਟੀ ਗੱਲ ਹੈ। ਮੈਂ ਤਾਂ ਵੱਡੀ ਗੱਲ ਕੀਤੀ ਹੈ ਕਿ ਜਿਹੜਾ ਨੈਰੇਟਿਵ ਇਹ ਗਲਤ ਬਿਲਡ ਕੀਤਾ ਜਾ ਰਿਹਾ RSS ਨਾਲ ਡਿਸਟਾਰਟ ਕਰਕੇ ਫਰੀडम ਸਟਰਗਲ ਨੂੰ, ਉਹ ਖਤਮ ਹੋਣਾ ਚਾਹੀਦਾ। ਮਸਲਨ ਮੈਂ ਭਗਤ ਸਿੰਘ ਦੀ ਗੱਲ ਕਰੂੰਗਾ। ਹਾਂਜੀ, ਇਹਨਾਂ ਦੇ ਆਲਮੋਸਟ ਦਫ਼ਤਰਾਂ ਦੇ ਵਿੱਚ ਬਹੁਤਿਆਂ ਦੇ ਵਿੱਚ ਭਗਤ ਸਿੰਘ ਦੀਆਂ ਫੋਟੋਆਂ ਲੱਗੀ, ਬਿਲਕੁਲ, ਹੱਥੇ ਪਿਸਤੌਲ ਫੜਿਆ। ਹਾਂਜੀ, ਇਹਨਾਂ ਨੂੰ ਪੂਰਾ ਦੇ ਵਿੱਚ ਭਗਤ ਸਿੰਘ ਦੀ ਰਾਈਟਿੰਗ ਵੀ ਹੈ, ਕਿਤਾਬਾਂ ਵੀ ਹੈ ਨਾ, ਇਹਨਾਂ ਨੂੰ ਭਗਤ ਸਿੰਘ ਦੀਆਂ ਰਾਈਟਿੰਗ ਸੂਟ ਨਹੀਂ ਕਰਦੀਆਂ। ਇਹਨਾਂ ਨੂੰ ਇੱਕ ਪਿਸਤੌਲ ਵਾਲਾ ਇਮੇਜ ਸੂਟ ਕਰਦਾ। ਪਿਸਤੌਲ ਵਾਲੇ ਇਮੇਜ ਦਾ ਅਸਲੀ ਭਗਤ ਸਿੰਘ ਦੀ ਫਿਲਾਸਫੀ ਨਾਲ ਕੋਈ ਤਾਲੁਕ ਨਹੀਂ। ਬਿਲਕੁਲ। ਸੋ ਇਹ ਤਾਂ ਭਗਤ ਸਿੰਘ ਨੂੰ ਵੀ ਡਿਸਟੋਰਟ ਕਰਨ ਦੀ ਕੋਸ਼ਿਸ਼ ਕਰਦੇ। ਸੋ ਇਸ ਕਰਕੇ ਜਿਹੜਾ ਇਹ ਫਾਲਸ ਨੈਰੇਟਿਵ ਇਹ ਪਾਰਟੀ ਤੇ ਇਹਨਾਂ ਦਾ ਆਪਰੇਟਸ ਬਿਲਡ ਕਰਦਾ ਹੈ, ਉਹਨੂੰ ਕਾਊਂਟਰ ਕੀਤਾ ਜਾਣਾ ਚਾਹੀਦਾ ਹੈ ਕਿ ਇਹਨਾਂ ਡਿਸਟੋਰਸ਼ਨ ਖਤਮ ਹੋਵੇ। ਜਗਤਾਰ ਜੀ, ਇੱਕ ਸਵਾਲ ਜਿਹੜਾ ਮੈਂ ਅਗਲਾ ਹੋਰ ਹਟ ਕੇ ਪੁੱਛਣਾ ਚਾਹੁੰਦਾ, ਉਹ ਵਿਧਾਨ ਸਭਾ ਨਾਲ ਹੀ ਜੁੜਿਆ ਹੋਇਆ। ਵਿਧਾਨ ਸਭਾ ਦੇ ਪਹਿਲਾਂ ਇਹ ਬੜਾ ਚਰਚਾ ਚੱਲੀ ਸੀ ਵੀ ਜਿਹੜੀ ਕਾਂਗਰਸ ਸਰਕਾਰਾਂ ਤਿੰਨੇ ਜਿਹੜੇ ਉਹ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰੇਗੀ। ਕੱਲ ਵੀ ਸਮਝੌਤੇ ਰੱਦ ਨਹੀਂ ਹੋਏ, ਸਗੋਂ ਕਿਹਾ ਗਿਆ ਵੀ ਸਮਝੌਤੇ ਰੱਦ ਨਹੀਂ ਹੋ ਸਕਦੇ। ਇਹਨਾਂ ਨੇ ਜਿਹੜੀਆਂ ਬਿਜਲੀ ਖਰੀਦਣ ਦੀਆਂ ਦਰਾਂ ਉਹਨਾਂ ਨੂੰ ਰੱਦ ਕੀਤਾ। ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਟੈਕਨੀਕਲ ਇਸ਼ੂ ਹੈਗਾ, ਇਹਦੇ ਬਾਰੇ ਤਾਂ ਮੈਂ ਕਿ ਬਹੁਤ ਕਮੈਂਟ ਨਹੀਂ ਕਰ ਸਕਦਾ, ਲੇਕਿਨ ਇਹ ਗੱਲ ਸ਼ੁਰੂ ਤੋਂ ਹੀ ਆ ਰਹੀ ਸੀਗੀ ਕਿ ਜਿਸ ਢੰਗ ਨਾਲ ਇਹ ਐਗਰੀਮੈਂਟ ਸਾਈਨ ਕੀਤੇ ਗਏ ਹੈ, ਇਹ ਰੱਦ ਨਹੀਂ ਹੋ ਸਕਦੇ। ਹਾਂਜੀ, ਇਹ ਉਹਨਾਂ ਐਗਰੀਮੈਂਟ ਦਾ ਪਾਰਟ ਹੈ। ਹਾਂਜੀ, ਇਹ ਵੀ ਉਹਦੇ ਵਿੱਚੋਂ ਰਿਲੀਫ ਕਿਵੇਂ ਲਿਆ ਜਾ ਸਕਦਾ ਹੈ, ਮੇਰੇ ਖਿਆਲ 'ਚ ਇਹਨਾਂ ਨੇ ਉਹ ਕੋਸ਼ਿਸ਼ ਕੀਤੀ ਹੈ ਵੀ ਇਹ ਨੈਗੋਸ਼ੀਏਟ ਕੀਤੇ ਜਾਣ ਉਹਨਾਂ ਥਰਮਲ ਕੰਪਨੀ ਨਾਲ, ਤੇ ਲੀਗਲੀ ਕਿਵੇਂ ਪ੍ਰੋਸੀਡ ਕੀਤਾ ਜਾ ਸਕਦਾ ਹੈ ਉਹ ਐਕਸਪਰਟ ਠੀਕ ਢੰਗ ਨਾਲ ਦੱਸ ਸਕਦੇ ਆ। ਲੇਕਿਨ ਉਹਨਾਂ ਨੇ ਆਪਣਾ ਇੱਕ ਵਾਅਦਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਾਈਟ ਪੇਪਰ ਉਹਨਾਂ ਨੇ ਰਿਲੀਜ਼ ਕਰਤਾ, ਵਾਈਟ ਪੇਪਰ ਦੇ ਵਿੱਚ ਬਿਲਕੁਲ ਕਲੀਅਰ ਹੈ ਗੜਬੜ ਸਾਰੀ ਕਿੱਥੇ ਹੋਈ ਹੈ। ਤੇ ਜਦੋਂ ਵਿਜੀਲੈਂਸ ਦੀ ਇਨਕੁਆਇਰੀ ਹੋਏਗੀ, ਹਾਂਜੀ, ਤੇ ਉਹਨਾਂ ਲੋਕਾਂ ਦੇ ਨਾਮ ਵੀ ਆਉਣਗੇ, ਅਫਸਰਾਂ ਦੇ ਵੀ, ਠੀਕ, ਜਿਨ੍ਹਾਂ ਨੇ ਉਹ ਫਾਈਲਾਂ ਤਿਆਰ ਕੀਤੀਆਂ, ਐਗਰੀਮੈਂਟ ਤਿਆਰ ਕੀਤੇ। ਹੁਣ ਤੱਕ ਪਬਲਿਕਲੀ ਰਿਕਾਰਡ ਤੇ ਉਹ ਨਾਂ ਨਹੀਂ ਆਏ।
ਉਹਨਾਂ ਨਾਵਾਂ ਕਰਕੇ ਹੀ ਇਹ ਵਾਈਟ ਪੇਪਰ ਲੇਟ ਹੁੰਦਾ ਰਿਹਾ ਹੈ। ਠੀਕ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਹ ਵਾਈਟ ਪੇਪਰ ਇਸ ਢੰਗ ਨਾਲ ਆ ਸਕਦਾ ਹੀ ਨਹੀਂ ਸੀ, ਕਿਉਂਕਿ ਉਹੀ ਅਫਸਰ ਜਿਹੜੇ ਉਹਨਾਂ ਦੀ ਸਰਕਾਰ ਚਲਾ ਰਹੇ ਸੀਗੇ ਉਹਨਾਂ ਨੇ ਹੀ ਇਹ ਵਾਈਟ ਪੇਪਰ ਇਹ ਐਗਰੀਮੈਂਟ ਉਦੋਂ ਉਸ ਵੇਲੇ ਤਿਆਰ ਕੀਤੇ ਸੀ। ਹਾਂਜੀ ਜੇ ਦੇਖੀਏ ਕਿ ਜਦੋਂ ਇਹ ਐਗਰੀਮੈਂਟ ਸਾਈਨ ਹੋਏ ਹੈ ਉਦੋਂ ਪਾਵਰ ਸੈਕਟਰੀ ਕੌਣ ਸੀ ਤਾਂ ਸਾਰੀ ਗੱਲ ਸਮਝ ਆ ਜਾਏਗੀ। ਇੱਕ ਜਗਤਾਰ ਜੀ ਹੋਰ ਸਵਾਲ ਹੈ, ਜਦੋਂ ਇਹ ਵਾਈਟ ਪੇਪਰ ਪੇਸ਼ ਕਰ ਦਿੱਤਾ ਗਿਆ ਉਹਦੇ ਤੋਂ ਜਿਹੜੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਹ ਗੱਲ ਕਰ ਰਹੇ ਸੀਗੇ, ਉਹਨਾਂ ਕਿਹਾ ਵੀ 50,000 ਕਰੋੜ ਦਾ ਨੁਕਸਾਨ ਕੀਤਾ ਪਿਛਲੀ ਸਰਕਾਰ ਨੇ, ਤੇ ਹਰਪਾਲ ਚੀਮਾ ਤੇ ਇੱਕ ਹੋਰ ਐਮਐਲਏ ਨੇ ਕਿਹਾ ਵੀ ਤੁਸੀਂ ਉਸੇ ਸਰਕਾਰ ਦੇ ਵਿੱਚ ਉਸ ਸਮੇਂ ਫਾਈਨਾਂਸ ਮਿਨਿਸਟਰ ਸੀ, ਵਿੱਤ ਮੰਤਰੀ ਸੀ, ਤੁਸੀਂ ਉਦੋਂ ਕੋਈ ਉਹਨਾਂ ਰੋਕਿਆ ਟੋਕਿਆ? ਇਹ ਤਾਂ ਤੁਹਾਡੇ ਸਾਹਮਣੇ ਹਾਊਸ ਦੇ ਵਿੱਚ ਜੋ ਕੁਝ ਹੋਣਾ ਸੀ ਹੋਇਆ ਹੈ। ਹਾਂਜੀ ਮੈਂ ਤਾਂ ਸਵੇਰੇ ਅਖਬਾਰ ਦੇ ਵਿੱਚ ਹੀ ਪੜ੍ਹਿਆ ਵੀ ਇਹ ਉੱਥੇ ਡਿਸਕਸ਼ਨ ਸਾਰੀ ਚੱਲੀ ਤੇ ਉਹ ਦੇਖਣਾ ਪੈਣਾ ਹੈ ਵੀ ਮਨਪ੍ਰੀਤ ਉਦੋਂ ਫਾਈਨਾਂਸ ਮਿਨਿਸਟਰ ਸੀ ਕਿ ਨਹੀਂ। ਲੇਕਿਨ ਇਹ ਗੱਲ ਪਹਿਲਾਂ ਵੀ ਸੁਣੀ ਗਈ ਸੀ ਕਿ ਜਦੋਂ ਇਹ ਐਗਰੀਮੈਂਟ ਸਾਈਨ ਹੋਏ ਹੈ ਉਦੋਂ ਮਨਪ੍ਰੀਤ ਬਾਦਲ ਫਾਈਨਾਂਸ ਮਿਨਿਸਟਰ ਸੀ। ਹਾਂਜੀ ਤੇ ਇਹ ਹੁਣ ਵਿਜੀਲੈਂਸ ਇਨਕੁਆਇਰੀ ਦੱਸੇਗੀ ਕਿ ਫਾਈਨਾਂਸ ਡਿਪਾਰਟਮੈਂਟ ਨੇ ਉਦੋਂ ਕੋਈ ਆਬਜੈਕਸ਼ਨ ਲਾਇਆ ਸੀ ਕਿ ਨਹੀਂ। ਨਾਰਮਲੀ ਜਿਹੜੇ ਇਹੋ ਜਿਹੇ ਐਗਰੀਮੈਂਟਸ ਹੁੰਦੇ ਆ ਉਹ ਫਾਈਨਾਂਸ ਕੋਲ ਵੀ ਜਾਇਆ ਕਰਦੇ ਆ। ਤੇ ਲਾਸਟ ਦੇ ਵਿੱਚ ਇੱਕ ਮੈਂ ਹੋਰ ਸਵਾਲ ਤੁਹਾਡੇ ਨਾਲ ਕਰਨਾ ਚਾਹੁੰਦਾ ਵੀ ਸੈਸ਼ਨ ਹੋ ਗਿਆ, ਉਹ ਤੋਂ ਬਾਅਦ ਥੋੜੀਆਂ ਹੋਰ ਸਰਗਰਮੀਆਂ ਵੀ ਚੱਲ ਪਈਆਂ, ਤੇ ਅਲਟੀਮੇਟਲੀ ਪੰਜਾਬ ਕਿੱਧਰ ਨੂੰ ਤੁਰਦਾ ਨਜ਼ਰ ਆਉਂਦਾ? ਨਹੀਂ, ਪੰਜਾਬ ਬਿਲਕੁਲ ਠੀਕ ਠਾਕ ਥਾਂ ਤੇ ਤੁਰ ਰਿਹਾ ਹੈ। ਜਿਸ ਤਰ੍ਹਾਂ ਹਾਲ ਦਵਾਈ ਪਾਈ ਜਾ ਰਹੀ ਹੈ ਕਿ ਪੰਜਾਬ ਮਰ ਗਿਆ ਤੇ ਪੰਜਾਬ 'ਚ ਪਤਾ ਨਹੀਂ ਕੀ ਅੱਗ ਲੱਗ ਜਾਣੀ ਹੈ, ਐਸੀ ਕੋਈ ਗੱਲ ਨਹੀਂ ਹੈ। ਪੰਜਾਬ ਸ਼ੁਰੂ ਤੋਂ ਇਸ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ। ਪੰਜਾਬ ਨੂੰ ਸਹੀ ਤੇ ਕਮਿਟਡ ਲੀਡਰਸ਼ਿਪ ਦੀ ਲੋੜ ਹੈ, ਨਾ ਕਿ ਡਰਾਮੇ ਕਰਨ ਵਾਲਿਆਂ ਦੀ। ਤੇ ਉਹ ਲੋੜ ਬੜੇ ਚਿਰ ਤੋਂ ਫੀਲ ਕੀਤੀ ਜਾ ਰਹੀ ਹੈ। ਹਾਂਜੀ ਨਵੀਆਂ ਪੰਜਾਬ ਸਮੇਂ ਦਾ ਹਾਣੀ ਨਹੀਂ ਹੋ ਸਕਿਆ, ਜਦਕਿ ਕਿਸੇ ਵੇਲੇ ਪੰਜਾਬ ਨੰਬਰ 1 ਸਟੇਟ ਸੀ। ਹਾਂਜੀ ਪੰਜਾਬ ਨੂੰ ਉਹ ਲੀਡਰ ਚਾਹੀਦੇ ਆ ਜਿਹੜੇ ਇਸ ਸਟੇਟ ਨੂੰ ਹੁਣ ਸਮੇਂ ਦੇ ਹਾਣੀ ਬਣਾਉਣ। ਤੈਨੂੰ ਲੱਗਦਾ ਕਿ ਜਲਦੀ ਕੋਈ ਇਹੋ ਜਿਹੀ ਲੀਡਰਸ਼ਿਪ ਮਿਲ ਸਕਦੀ ਪੰਜਾਬ ਨੂੰ? ਇਹ ਤਾਂ ਸਮਾਂ ਹੀ ਦੱਸੇਗਾ ਜੀ। ਮੈਨੂੰ ਇਹ ਜਿਹੜੇ ਸਾਹਮਣੇ ਲੋਕ ਨਜ਼ਰ ਆ ਰਹੇ ਹੈ, ਹਾਂਜੀ ਮੈਂ ਹੋਰ ਢੰਗ ਨਾਲ ਗੱਲ ਕਰਦਾ। ਹਾਂਜੀ ਜਦੋਂ ਚਰਨਜੀਤ ਚੰਨੀ ਬਣੇ ਹੈ ਮੁੱਖ ਮੰਤਰੀ, ਢੰਗ ਨਾਲ ਉਹ ਆਪਣੇ ਆਪ ਨੂੰ ਅਸਰਟ ਕਰ ਜਾਣਗੇ। ਹਾਂਜੀ ਇਸ ਕਰਕੇ ਜਦੋਂ ਬੰਦੇ ਨੂੰ ਜ਼ਿੰਮੇਵਾਰੀ ਪੈਂਦੀ ਹੈ ਨਾ ਕੋਈ, ਹਾਂਜੀ ਹਾਂਜੀ ਤੇ ਉਹ ਕਿਸ ਢੰਗ ਨਾਲ ਪਰਫਾਰਮ ਕਰਦਾ ਹੈ, ਕਿਸ ਢੰਗ ਨਾਲ ਅਸਰਟ ਕਰਦਾ ਹੈ, ਉਹ ਤੇ ਡਿਪੈਂਡ ਕਰਦਾ ਹੈ। ਹੋ ਸਕਦਾ ਹੈ ਇਹਨਾਂ ਦੇ ਵਿੱਚੋਂ ਹੀ ਕੋਈ ਲੀਡਰ ਜਦੋਂ ਉਹਨੂੰ ਕੋਈ ਜ਼ਿੰਮੇਵਾਰੀ ਇਹੋ ਜਿਹੀ ਮਿਲੇਗੀ ਤਾਂ ਇਸ ਢੰਗ ਨਾਲ ਅਸਰਟ ਕਰ ਜਾਏਗਾ, ਜਾਂ ਚੰਨੀ ਜੀ ਨੇ ਸ਼ਾਇਦ ਜ਼ਿਆਦਾ ਟਾਈਮ ਮਿਲ ਜਾਏ, ਸ਼ਾਇਦ ਇਹੀ ਮਾੜੀ ਮੋਟੀ ਕੋਸ਼ਿਸ਼ ਕਰਨ ਠੀਕ ਜਿਸ ਢੰਗ ਨਾਲ ਅਸਰਟ ਕਰ ਰਹੇ ਹੈ ਕਿ ਪੰਜਾਬ ਨੂੰ ਨਵੀਂ ਦਿਸ਼ਾ ਦਿੱਤੀ ਜਾਵੇ। ਇਹ ਸਮੇਂ ਤੇ ਡਿਪੈਂਡ ਕਰਦਾ ਹੈ ਤੇ ਲੀਡਰ ਦੀ ਆਪਣੀ ਚੋਇਸ ਤੇ ਡਿਪੈਂਡ ਕਰਦਾ ਹੈ। ਸੋ ਜਗਤਾਰ ਜੀ, ਸਾਡੇ ਨਾਲ ਇਹ ਸ਼ੋਅ 'ਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਹੀ ਅਸੀਂ ਆਪਣੇ ਦਰਸ਼ਕਾਂ ਕੋਲੋਂ ਆਗਿਆ ਲੈਂਦੇ। ਧੰਨਵਾਦ। ਥੈਂਕ ਯੂ।